KBIF 900 AM ਦੇ ਨਾਲ ਜੁੜ ਬੈਠੇ ਮੇਰੇ ਪਿਆਰੇ ਸਤਿਕਾਰਯੋਗ ਸਰੋਤਿਓ, ਮਹਿੰਦਰ ਸਿੰਘ ਸੰਧਾਵਾਲੀਆ ਆਪ ਲਈ ਮੀਰੀ ਪੀਰੀ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੈ। ਸੋ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਦੁਨੀਆ ਜਿੱਥੇ ਜਿੱਥੇ ਵੀ ਤੁਸੀਂ ਵਸਦੇ ਜੇ, ਇਹ ਮੇਰਾ ਪ੍ਰੋਗਰਾਮ ਦੇਖ ਰਹੇ ਜੇ, ਸੁਣਦੇ ਜੇ, ਆਪ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਮਸਤੇ, ਆਦਾਬ ਹੈ ਜੀ। ਹੁਣ ਆਪਾਂ ਅੱਜ ਦੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਪ੍ਰੋਗਰਾਮ ਜਿਹੜਾ ਹੈ ਤੁਹਾਨੂੰ ਪਤਾ ਹੈ ਕਿ ਇਹ KBIF 900 AM ਦੇ ਉੱਪਰ ਤੁਸੀਂ ਸੁਣਦੇ ਹੋ। ਇਸ ਨੂੰ ਫੇਸਬੁੱਕ ਦੇ ਉੱਪਰ KBIF 900 ਪੰਜਾਬੀ ਰੇਡੀਓ ਦੇ ਉੱਤੇ ਵੀ ਸੁਣਿਆ ਜਾਂਦਾ ਹੈ ਅਤੇ ਇਸ ਨੂੰ ਹੁਣੇ ਮੈਂ ਸ਼ੇਅਰ ਕਰ ਲੈਣਾ ਹੈ ਆਪਣੇ ਪੇਜ ਮੋਹਿੰਦਰ S. ਸੰਧਾਵਾਲੀਆ ਤੇ ਉਸ ਦੇ ਨਾਲ ਹੁਣ ਤੁਸੀਂ ਇਹ ਪ੍ਰੋਗਰਾਮ YouTube 'ਤੇ ਆਉਂਦੇ ਰਹਿਣਗੇ। ਤੁਹਾਡੇ ਹਰ ਹਫ਼ਤੇ ਨਵਾਂ ਪ੍ਰੋਗਰਾਮ ਆ ਜਾ ਕਰੇਗਾ। ਸੋ ਆਓ ਹੁਣ ਆਪਾਂ ਅੱਜ ਦਾ ਜਿਹੜਾ ਸਾਰਿਆਂ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਸਾਂਝ ਪਾਉਣੀ ਹੈ ਪ੍ਰੋਗਰਾਮ ਸ਼ੁਰੂ ਕਰਨ ਤੋਂ, ਉਹ ਹੈ ਅੱਜ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਕੁਰਬਾਨੀ ਐਂਡ ਉਹ ਹੈ ਭਾਈ ਮਨੀ ਸਿੰਘ ਜੀ ਦੀ। ਭਾਈ ਮਨੀ ਸਿੰਘ ਜੀ ਨੂੰ ਬੰਦ ਜਿਹੜਾ ਹੈ ਉਹ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਮਨੀ ਸਿੰਘ ਉਹ ਪਰਿਵਾਰ ਹੈ ਜਿਸ ਦੇ ਪਰਿਵਾਰ ਦੇ ਟੋਟਲ ਰਿਸ਼ਤੇਦਾਰ, ਭੈਣ ਭਰਾ, ਪੁੱਤ ਪੋਤਰੇ ਸਾਰੇ ਰਲਾ ਕੇ 90 ਜੀ ਜਿਹੜੇ ਆ ਉਹ ਸਿੱਖੀ ਵਾਸਤੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਸਿੱਖ ਧਰਮ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਅਤੇ ਆਪ ਦੀ ਉਮਰ ਵੀ 90 ਸਾਲ ਹੀ। ਮਾਰਚ 1634 'ਚ ਇਹਨਾਂ ਦਾ ਜਨਮ ਜਿਹੜਾ ਹੈ ਉਹ ਆਉਂਦਾ ਹੈ ਇਤਿਹਾਸ ਦੇ ਵਿੱਚ, ਅਤੇ ਜੁਲਾਈ 1734 ਨੂੰ ਜਿਹੜੀ ਹੈ ਉਹ ਇਹਨਾਂ ਦੀ ਸ਼ਹੀਦੀ ਹੁੰਦੀ ਹੈ। ਸੋ ਇਹਨਾਂ ਵਾਸਤੇ ਸਾਰੀ ਦੁਨੀਆ 'ਚ ਵਾਸਤੇ ਨਾਨਕ ਨਾਮ ਲੇਵਾ ਅਸੀਂ ਸਿਰ ਝੁਕਾਉਂਦੇ ਹਾਂ ਇਹਨਾਂ ਦੇ ਜੀਵਨ ਦੇ ਉੱਤੇ, ਇਹਨਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਦੇ ਉੱਤੇ। ਅਤੇ ਇਹਨਾਂ ਦੇ ਆਪਣੇ ਬਹੁਤ ਗਿਆਨਵੰਤ ਸਨ। ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਪਾਸੋਂ ਤਿਆਰ ਕਰਵਾਈਆਂ ਸਨ ਬਾਬਾ ਦੀਪ ਸਿੰਘ ਜੀ ਦੀ ਸਹਾਇਤਾ ਦੇ ਨਾਲ। ਸੋ ਧੰਨ ਸਨ ਇਹ ਬਾਬਾ ਭਾਈ ਮਨੀ ਸਿੰਘ ਜੀ। ਜਿਹੜਾ ਸਬਜੈਕਟ ਮੈਂ ਤੁਹਾਡੇ ਨਾਲ ਸ਼ੁਰੂ ਕਰ ਰਿਹਾ ਹਾਂ, ਇਹ ਇਤਿਹਾਸ ਦਾ, ਗੁਰਬਾਣੀ ਦਾ, ਸਾਡੇ ਸੂਰਬੀਰਾਂ ਦੀਆਂ ਜੀਵਨੀਆਂ, ਇਹ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਅਤੇ ਸਾਡੀ ਆਉਣ ਵਾਲੀ ਨਸਲ ਵਾਸਤੇ। ਅੱਜ ਆਪਾਂ ਜਿਸ ਸਬਜੈਕਟ 'ਤੇ ਗੱਲ ਕਰਨੀ ਹੈ ਇਹ ਹੈ ਆਪਣਾ ਮਹਾਰਾਜਾ ਰਣਜੀਤ ਸਿੰਘ ਦੀਆਂ ਦੋ ਮਹਾਨ ਜਿੱਤਾਂ। ਇੱਕ ਹੈ ਅਟਕ ਦਾ ਕਿਲ੍ਹਾ ਫਤਿਹ ਕਰਨਾ ਅਤੇ ਦੂਸਰੀ ਬਹੁਤ ਵੱਡੀ ਜਿਹੜੀ ਫਤਿਹ ਆ ਉਹ ਮੁਲਤਾਨ ਦੀ ਜਿੱਤ ਹੈ, ਜਿਹੜੀ ਬਹੁਤ ਜਿਹੜੀ ਇੰਪੋਰਟੈਂਟ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ। ਉਹ ਆਪਾਂ ਅੱਜ ਗੱਲ ਕਰਦੇ ਹਾਂ। ਸੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਮੁਲਤਾਨ ਨੂੰ ਖਾਲਸਾ ਰਾਜ ਵਿੱਚ ਮਿਲਾਉਣਾ ਇੱਕ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਕਾਰਜ ਸੀ। ਮੁਲਤਾਨ ਦਾ ਹਾਕਮ ਮੁਜ਼ੱਫਰ ਖਾਨ ਸ਼ੇਰੇ ਪੰਜਾਬ ਨੂੰ ਹਰ ਸਾਲ ਲਗਭਗ 1 ਲੱਖ ਰੁਪਈਆ ਟੈਕਸ ਦਿੰਦਾ ਸੀ, ਪਰ ਉਹ ਹਰ ਸਾਲ ਹੀ ਇਹ ਟੈਕਸ ਅਦਾ ਕਰਨ ਵੇਲੇ ਕੁਝ ਨਾ ਕੁਝ ਡਿਲੇ, ਕੋਈ ਬਹਾਨੇਬਾਜ਼ੀਆਂ ਜਿਹੜੀਆਂ ਉਹ ਕਰਦਾ ਰਹਿੰਦਾ ਸੀ। ਅਤੇ ਜਦੋਂ ਵੀ ਉਹਨੂੰ ਫਿਰ ਥੋੜ੍ਹਾ ਜਿਹਾ ਡਰ ਹੁੰਦਾ, ਮਹਾਰਾਜਾ ਕੋਈ ਆਪਣਾ ਫੌਜੀ ਦਸਤਾ ਉਹਦੇ ਵੱਲ ਭੇਜਦਾ ਤਾਂ ਉਹ ਪੈਸੇ ਦੇ ਕੇ ਅਤੇ ਮਾਫੀ ਮੰਗ ਕੇ ਆਪਣਾ ਛੁਟਕਾਰਾ ਕਰਾ ਲੈਂਦਾ। ਇਹ ਲਗਭਗ 3 ਦਫਾ ਪਹਿਲਾਂ ਹੋ ਚੁੱਕਾ ਸੀ, ਹੁਣ ਚੌਥੀ ਵਾਰ ਸੀ ਅਤੇ ਫਾਈਨਲ ਟਾਈਮ ਸੀ। ਸੋ ਹੁਣ ਉਸਨੇ ਫਿਰ ਜਿਹੜਾ ਹੈ ਉਹ ਬਹੁਤ ਡਿਲੇ ਕਰਤੀ। ਡਿਲੇ ਹੀ ਨਹੀਂ ਕੀਤੀ, ਹੁਣ ਤਾਂ ਮਹਾਰਾਜੇ ਨੂੰ ਪਤਾ ਲੱਗਾ ਕਿ ਉਹ ਲੜਾਈ ਦੀ ਵੀ ਪੂਰੀ ਤਿਆਰੀ ਕਰ ਰਿਹਾ ਹੈ ਅਤੇ ਲਾਗੇ ਛਾਗੇ ਜਿੰਨੇ ਇਲਾਕੇ ਨੇ ਇਸਲਾਮੀ, ਉੱਥੋਂ ਵੀ ਜਿਹੜਾ ਹੈ ਜਹਾਦ ਦੇ ਨਾਂ ਦੇ ਉੱਤੇ ਬਹੁਤ ਸਾਰੇ ਇਸ ਜਿਹੜੇ ਨੌਜਵਾਨ ਨੇ ਉਹ ਭਰਤੀ ਵੀ ਕਰ ਰਿਹਾ ਹੈ। ਮਾਫ ਕਰਨਾ। ਸੋ ਇਸ ਲੜਾਈ 'ਚ ਚੌਥਾ ਅਤੇ ਆਖਰੀ ਹਮਲਾ ਸੀ ਮੁਲਤਾਨ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ, ਅਤੇ ਇਹਦੇ ਵਿੱਚ ਨੁਕਸਾਨ ਵੀ ਮਹਾਰਾਜੇ ਖਾਲਸਾ ਫੌਜਾਂ ਦਾ ਬਹੁਤ ਹੋਇਆ, ਬਹਾਦਰੀ ਵੀ ਖਾਲਸਾ ਫੌਜਾਂ ਨੇ ਬੇਅੰਤ ਦੀ ਦਿਖਾਈ। ਸੋ ਇਸ ਨੂੰ ਕਬਜ਼ੇ 'ਚ ਕਰਨ ਵਾਸਤੇ ਬਹੁਤ ਜਦੋਜਹਿਦ ਮਹਾਰਾਜਾ ਰਣਜੀਤ ਸਿੰਘ ਨੂੰ ਕਰਨੀ ਪਈ। ਸਾਰਿਆਂ ਤੋਂ ਪਹਿਲਾਂ ਤਾਂ ਉਹਨਾਂ ਇਹ ਲੜਾਈ ਜਿਹੜੀ ਹੈ ਚੱਲਦੀ ਵੀ ਕਈ ਮਹੀਨੇ ਰਹੀ। ਸੋ ਸਾਰਿਆਂ ਤੋਂ ਪਹਿਲਾਂ ਤਾਂ ਉਹਨਾਂ ਨੇ ਆਪਣਾ ਇੱਕ ਜਿਹੜੀ ਮੁਲਤਾਨ ਨੂੰ ਫਤਿਹ ਕਰਨ ਵਾਸਤੇ
ਪਰ ਉਹ ਤੋਂ ਵੀ ਪਹਿਲਾਂ ਅਸਲੀ ਜਿਹੜਾ ਸੀ ਨਾ ਉਹ ਸੀ ਇਹਨੂੰ ਮੁਲਤਾਨ ਨੂੰ ਫਤਿਹ ਕਰਨ ਵਾਸਤੇ ਤੇ ਉਹਨਾਂ ਸ਼ਾਹ ਹਰੀ ਸਿੰਘ ਨਲੂਆ, ਸ਼ਹਿਜ਼ਾਦਾ ਖੜਕ ਸਿੰਘ, ਦੀਵਾਨ ਮੋਹਕਮ ਚੰਦ, ਆਪਣਾ ਨਿਹਾਲ ਸਿੰਘ ਜੀ ਅਟਾਰੇ ਵਾਲੇ, ਨਿਧਾਨ ਸਿੰਘ ਪੰਜ ਹੱਥਾ, ਇਹ ਸਾਰੇ ਬਹਾਦਰ ਜਰਨੈਲ ਜਿਹੜੇ ਆ ਉੱਥੇ ਇਹ ਸਾਰੇ ਪਹੁੰਚ ਗਏ ਸੀ, ਉੱਥੇ ਗਏ ਸੀ। ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਅਟਕ ਦਾ ਕਿਲ੍ਹਾ ਜਿਹੜਾ ਉਹ ਫਤਿਹ ਕਰਨਾ ਪੈਣਾ ਸੀ। ਸੋ ਇਹਨਾਂ ਨੇ ਸੋਚਿਆ ਕਿ ਚਲੋ ਪਹਿਲੋਂ ਅਟਕ ਫਤਿਹ ਕਰਦੇ ਹਾਂ, ਫਿਰ ਹੀ ਮੁਲਤਾਨ ਨਾਲ ਹੋਵਾਂਗੇ। ਸੋ ਅਟਕ ਦਾ ਜਿਹੜਾ ਕਿਲ੍ਹਾ ਵਾ ਉਹ ਫਤਿਹ ਕਰਨ ਵਾਸਤੇ ਉਹਨਾਂ ਨੇ ਫਿਰ ਇੱਕ ਭਾਰੀ ਫੌਜ ਜਿਹੜੀ ਆ ਉਹ ਹਰੀ ਸਿੰਘ ਨਲੂਆ, ਦੇਸਾ ਸਿੰਘ ਮਜੀਠੀਆ, ਦੀਵਾਨ ਮੋਹਕਮ ਚੰਦ ਅਤੇ ਸਰਦਾਰ ਆਇਆ ਸਿੰਘ ਦੀ ਨਿਗਰਾਨੀ ਵਿੱਚ ਉਹਨਾਂ ਨੇ ਉੱਥੇ ਭੇਜੀ। ਇਸ ਫੌਜ ਨੇ ਜਾਂਦਿਆਂ ਰਸਤੇ ਵਿੱਚ ਬਰਹਾਨ ਤੱਕ ਦਾ ਇਲਾਕਾ ਤਾਂ ਆਪਣੇ ਖਾਲਸਾ ਰਾਜ ਵਿੱਚ ਬਹੁਤ ਆਸਾਨੀ ਨਾਲ ਹੀ ਮਿਲਾ ਲਿਆ। ਅਤੇ ਪਰ ਦੂਜੇ ਪਾਸੇ ਜਿਹੜਾ ਉੱਥੋਂ ਦਾ ਵਜ਼ੀਰ ਸੀ ਅਟਕ ਦਾ ਕਿਲ੍ਹੇ ਦਾ, ਫਤਿਹ ਖਾਨ, ਉਹਨੇ ਅਤੇ ਉਹਦੇ ਭਰਾ ਦੋਸਤ ਮੁਹੰਮਦ ਖਾਨ, ਉਹਨਾਂ ਨੇ ਖਾਲਸਾ ਫੌਜ ਦਾ ਮੁਕਾਬਲਾ ਕਰਨ ਦਾ ਲਈ ਪੂਰੀ ਆਪਣੀ ਜਿਹੜੀ ਉਹ ਤਿਆਰੀ ਕਰ ਲਈ। ਸੋ ਉਹਨਾਂ ਨੇ ਵੀ ਇਹ ਕੀਤਾ ਵੀ ਇਸਲਾਮੀ ਇਲਾਕਿਆਂ 'ਚ ਉਹਨਾਂ ਦਿਨਾਂ 'ਚ ਇਹ ਬੜਾ ਸੀ ਕਿ ਉਹ ਜਹਾਦ ਦੇ ਨਾਂ ਦੇ ਉੱਤੇ ਬਹੁਤ ਸਾਰੇ ਲੋਕ ਇਕੱਠੇ ਕਰ ਲੈਂਦੇ ਸਨ। ਸੋ ਉਹਨਾਂ ਨੇ ਵੀ ਇਸਲਾਮੀ ਇਲਾਕਿਆਂ 'ਚੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਕੱਠੇ ਕਰ ਲਏ ਸੀ। ਅਤੇ ਇਹ ਜਿਹੜਾ ਵਾ 13-14 ਜੁਲਾਈ 1813 ਨੂੰ ਲਗਭਗ ਜਿਹੜੀ ਹੈ ਨਾ ਇਹ ਅਟਕ ਦੀ ਲੜਾਈ ਜਿਹੜੀ ਆ ਹੁੰਦੀ ਆ। ਦੋਵਾਂ ਫੌਜਾਂ 'ਚ ਬਹੁਤ ਜਿਹੜੀ ਆ ਖੂਨ ਡੋਲਵੀਂ ਲੜਾਈ ਹੁੰਦੀ ਆ, ਪਰ ਕੁਝ ਹੀ ਘੰਟਿਆਂ ਵਿੱਚ ਲੋਥਾਂ ਦੇ ਢੇਰ ਲੱਗ ਜਾਂਦੇ ਆ, ਕਿਉਂਕਿ ਹੱਥੋਂ ਪਾਈ ਦੀ ਲੜਾਈ ਸੀ। ਬਸ ਅਫਗਾਨੀ ਫੌਜ ਦੇ ਜਿਹੜੇ ਆ ਉਹ ਦੋਸਤ ਮੁਹੰਮਦ ਖਾਨ ਜਿਹੜਾ ਵਾ ਉਹ ਬਹੁਤ ਸਖਤ ਫੱਟੜ ਹੋ ਗਿਆ, ਪਰ ਇੱਕ ਰਿਊਮਰ, ਇੱਕ ਰੌਲਾ ਪੈ ਗਿਆ ਕਿ ਦੋਸਤ ਮੁਹੰਮਦ ਖਾਨ ਜਿਹੜਾ ਉਹ ਮਾਰਿਆ ਗਿਆ। ਸੋ ਜਦੋਂ ਲੀਡਰ ਜਿਹੜਾ ਮਾਰਿਆ ਜਾਂਦਾ ਸੀ ਉਹਨਾਂ ਦਿਨਾਂ 'ਚ ਅਤੇ ਫੌਜ ਦੇ ਦਿਲ ਟੁੱਟ ਜਾਂਦੇ ਸੀ, ਉਸੇ ਵੇਲੇ ਉਹ ਪਿੱਛੇ ਮੁੜ ਜਾਂਦੀ ਸੀ। ਸੋ ਇੱਥੇ ਵੀ ਇਹੋ ਹੀ ਹੋਇਆ ਕਿ ਫੌਜ ਜਿਹੜੀ ਆ ਉਹ ਪਿੱਛੇ ਮੁੜ ਗਈ। ਸੋ ਸਿੱਖ ਫੌਜਾਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਕਈ ਸਿੱਖਾਂ ਦੇ ਅਤੇ ਤਲਵਾਰਾਂ ਦੇ ਆਪਣੇ ਉਹ ਬਹੁਤ ਗਾਜੀ ਸ਼ਿਕਾਰ ਹੋ ਗਏ, ਅਤੇ ਕਈਆਂ ਨੇ ਜਿਉਂਦਿਆਂ ਹੀ ਆਪਣੀ ਜਾਨ ਬਚਾਉਣ ਲਈ ਵਗਦੇ ਅਟਕ ਦਰਿਆ ਵਿੱਚ ਛਾਲਾਂ ਮਾਰ ਦਿੱਤੀਆਂ, ਅਤੇ ਉਹਦੇ ਵਹਾਅ 'ਚ ਹੀ ਸ਼ਾਇਦ ਕੋਈ ਬਚ ਗਿਆ ਹੋਊਗਾ, ਨਹੀਂ ਤਾਂ ਜ਼ਿਆਦਾ ਜਿਹੜੇ ਆ ਉੱਥੇ ਹੀ ਰੁੜ ਗਏ, ਮਰ ਗਏ। ਹੁਣ ਅਟਕ ਦੇ ਦਰਿਆ ਤਾਂ ਖਾਲਸਾ ਰਾਜ ਜਿਹੜਾ ਉਹ ਹੋ ਗਿਆ ਸੀ, ਅਤੇ ਇਸ ਜੰਗ ਨਾਲ ਅਫਗਾਨਾਂ ਦੇ ਮਨਾਂ ਵਿੱਚ ਸਿੱਖਾਂ ਦਾ ਥੋੜ੍ਹਾ ਡਰ ਵੀ ਬੈਠ ਗਿਆ ਸੀ। ਅਟਕ ਦਾ ਇਹ ਕਿਲ੍ਹਾ ਜਿਹੜਾ ਹੈ ਉਹ 1849 'ਚ ਅੰਗਰੇਜ਼ਾਂ ਦੇ ਆਉਣ ਤੱਕ ਫਿਰ ਇਹ ਜਿਹੜਾ ਨਾ ਇਹ ਖਾਲਸਾ ਰਾਜ ਦੇ ਕੋਲ ਹੀ ਰਿਹਾ। ਇਸ ਤੋਂ ਬਾਅਦ ਫਿਰ ਵਾਰੀ ਆਈ ਮੁਲਤਾਨ ਦੀ, ਜਿਹਦੀ ਆਪਾਂ ਖਾਸ ਗੱਲ ਕਰਨ ਲੱਗੇ ਹਾਂ ਅੱਜ ਦੀ। ਮਹਾਰਾਜਾ ਨੇ ਪਹਿਲਾਂ ਆਪਣਾ ਫੌਜੀ ਜਥਾ 1814 ਦੇ ਸ਼ੁਰੂ ਵਿੱਚ ਦੀਵਾਨ ਭਵਾਨੀ ਦਾਸ ਅਤੇ ਮਿਸਰ ਦੀਵਾਨ ਚੰਦ ਦੀ ਅਗਵਾਈ 'ਚ ਭੇਜਿਆ। ਇਹਨਾਂ ਨੇ ਮੁਲਤਾਨ ਸ਼ਹਿਰ ਦੀ ਘੇਰਾਬੰਦੀ ਵੀ ਕਰ ਲਈ, ਪਰ ਇਹਨਾਂ ਦੀਆਂ ਕੋਈ ਗਲਤੀਆਂ ਦੇ ਕਾਰਨ ਇਹਨਾਂ ਨੂੰ ਕੋਈ ਖਾਸ ਸਫਲਤਾ ਜਿਹੜੀ ਆ ਉਹ ਨਹੀਂ ਮਿਲੀ। ਇੱਕ ਇਤਿਹਾਸਕਾਰ ਦੀਵਾਨ ਅਮਰਨਾਥ ਉਹ ਆਪਣੀ ਕਿਤਾਬ 'ਚ ਲਿਖਦਾ ਕਿ ਖਾਲਸਾ ਫੌਜ ਦੇ ਮੁਖੀ ਦੀਵਾਨ ਭਵਾਨੀ ਦਾਸ ਨੇ ਮੁਲਤਾਨ ਦੇ ਨਵਾਬ ਪਾਸੋਂ 10,000 ਰੁਪਈਆ ਵੱਢੀ ਖਾ ਲਈ ਸੀ। ਸ਼ੇਰੇ ਪੰਜਾਬ ਨੂੰ ਜਦ ਇਹਨਾਂ ਦੀਆਂ ਅਯੋਗ ਕਾਰਵਾਈਆਂ ਦਾ ਪਤਾ ਲੱਗਾ ਤਾਂ ਉਹਨਾਂ ਦੀਵਾਨ ਭਵਾਨੀ ਦਾਸ ਨੂੰ ਉਸਦੇ ਅਹੁਦੇ ਤੋਂ ਵੀ ਹਟਾ ਦਿੱਤਾ ਅਤੇ 10,000 ਰੁਪਈਆ ਜੁਰਮਾਨਾ ਵੀ ਕਰ ਦਿੱਤਾ। ਉਸ ਤੋਂ ਬਾਅਦ ਮਹਾਰਾਜਾ ਨੇ ਸ਼ਹਿਜ਼ਾਦਾ ਖੜਕ ਸਿੰਘ, ਸ਼ਾਹ ਹਰੀ ਸਿੰਘ ਨਲੂਆ, ਸਰਦਾਰ ਸ਼ਾਮ ਸਿੰਘ ਅਟਾਰੀ, ਧੰਨਾ ਸਿੰਘ ਮਲਵਈ ਆਦਿ ਸਰਦਾਰਾਂ ਦੇ ਅਧੀਨ 25,000 ਜਿਹੜੀ ਆ ਤਗੜੀ ਫੌਜ ਮੁਲਤਾਨ ਵੱਲ ਭੇਜੀ। ਉੱਧਰੋਂ ਮੁਜ਼ੱਫਰ ਖਾਨ ਨੇ ਵੀ ਕਿਲ੍ਹੇ ਨੂੰ ਚੰਗੀ ਤਰ੍ਹਾਂ ਪੱਕਿਆਂ ਕਰ ਲਿਆ ਸੀ। ਬਹੁਤ ਤਕੜਾ ਕਿਲ੍ਹਾ ਸੀ ਮੁਲਤਾਨ ਦਾ, ਬਹੁਤ ਸਟਰੋਂਗ ਸੀ ਬਣਾਇਆ ਉਹ। ਕਿਲ੍ਹੇ ਦੀ ਫਸੀਲ ਉੱਪਰ 29 ਤੋਪਾਂ ਉਸਨੇ ਬੀੜੀਆਂ ਹੋਈਆਂ ਸਨ। ਅਗਨੀ ਹਾਂਡੀਆਂ ਵੀ ਵਰਤੀਆਂ ਗਈਆਂ। ਅਸਲ 'ਚ ਉਹਨਾਂ ਦਿਨਾਂ 'ਚ ਅਗਨੀ ਹਾਂਡੀ ਦਾ ਇੱਕ ਤਰੀਕਾ ਸੀ ਦੁਸ਼ਮਣ ਦਾ ਜ਼ਿਆਦਾ ਨੁਕਸਾਨ ਕਰ ਦੇਣਾ। ਕਿਲ੍ਹੇ ਦੇ ਅੰਦਰੋਂ ਅਗਨੀ ਹਾਂਡੀਆਂ ਬਾਹਰ ਸੁੱਟੀਆਂ ਜਾਂਦੀਆਂ ਸੀ, ਜਾਂ ਕਈ ਵਾਰਾਂ ਬਾਹਰੋਂ ਵੀ ਕਿਲ੍ਹੇ ਦੇ ਅੰਦਰ ਸੁੱਟੀਆਂ ਜਾਂਦੀਆਂ ਸੀ। ਉਹ ਅਸਲ 'ਚ ਇੱਕ ਲੱਕੜ ਦਾ ਬਣਾਇਆ ਹੁੰਦਾ ਸੀ, ਜਿਵੇਂ ਗੋਪੀਆ ਆਪਾਂ ਚਲਾਉਂਦੇ ਹਾਂ ਨਾ, ਉਹ ਆਪਾਂ ਹੱਥਾਂ ਨਾਲ ਚਲਾਉਂਦੇ ਹਾਂ,
पर ਇਹ ਅਗਨ ਹਾਂਡੀ ਜਿਹੜੀ ਸੀ ਇਹ ਇੱਕ ਮਿੱਟੀ ਦਾ ਭਾਂਡਾ ਹੁੰਦਾ ਸੀ, ਉਹ 'ਚ ਕੋਈ ਵੜੇਵੇਂ ਪਾਏ ਹੁੰਦੇ ਸੀ, ਕੋਈ ਕੰਕਰਾਂ ਪਾਈਆਂ ਹੁੰਦੀਆਂ ਸੀ, ਕੁਝ ਬਰੂਦ ਪਾਇਆ ਹੁੰਦਾ ਸੀ। ਸੋ ਉਸ ਨੂੰ ਜਦੋਂ ਅੱਗ ਲਾ ਕੇ ਦੁਸ਼ਮਣ ਦੇ ਉੱਤੇ ਸੁੱਟਦੇ ਸੀ ਉਹ ਲੱਕੜ ਦੇ ਨਾਲ ਜ਼ੋਰ ਦੀ, ਤਾਂ ਉਹ ਕਾਫੀ ਨੁਕਸਾਨ ਜਿਹੜਾ ਹੈ ਉਹ ਦੁਸ਼ਮਣ ਦਾ ਕਰ ਦਿੰਦਾ ਸੀ। ਪਰ ਕਿਉਂਕਿ ਕਈ ਮਹੀਨੇ ਹੋ ਗਏ ਸੀ, ਲਗਭਗ 3 ਮਹੀਨੇ ਹੋ ਗਏ ਸੀ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾਇਆ, ਅਤੇ ਇਹ ਜਿੰਨੇ ਆਪਣੇ ਸੂਰਬੀਰ ਯੋਧੇ ਸੀ, ਸਹਾਰੀ ਸਿੰਘ ਨਲੂਏ ਵਰਗੇ, ਨਿਧਾਨ ਸਿੰਘ ਪੰਜ ਹੱਥੇ ਵਰਗੇ, ਨਿਹਾਲ ਸਿੰਘ ਅਟਾਰੀ ਵਾਲੇ ਵਰਗੇ, ਇਹ ਵੀ ਉਸ ਨੂੰ ਹਾਲੇ ਆਪਣੇ ਅਧੀਨ ਕਰਨ 'ਚ ਕਾਮਯਾਬ ਨਹੀਂ ਸੀ ਹੋ ਸਕੇ। ਅਖੀਰ ਇਹਨਾਂ ਨੇ ਫੈਸਲਾ ਇਹ ਕੀਤਾ ਕਿ ਕਿਉਂ ਨਾ ਅਸੀਂ ਕਿਲ੍ਹੇ ਦੀਆਂ ਕੰਧਾਂ ਦੇ ਹੇਠਾਂ ਉਹਦੀ ਫਸੀਲ ਦੇ ਥੱਲੇ ਟੋਏ ਪੁੱਟ ਕੇ ਅਤੇ ਉੱਥੇ ਬਰੂਦ ਭਰ ਦਈਏ, ਅਤੇ ਉਸ ਨੂੰ ਫਿਰ ਅੱਗ ਲਾ ਕੇ ਕੰਧਾਂ ਜਿਹੜੀਆਂ ਵਾ ਉਹ ਇਹਦੀਆਂ ਜਿਹੜੀਆਂ ਕਿਲ੍ਹੇ ਦੀਆਂ ਉਡਾ ਦਈਏ, ਅਤੇ ਫਿਰ ਹੀ ਅਸੀਂ ਅੰਦਰ ਜਾ ਕੇ ਅਤੇ ਉਹਨਾਂ ਨੂੰ ਬਾਹਰ ਕੱਢ ਸਕਦੇ ਹਾਂ। ਸੋ ਇਹਨਾਂ ਨੇ ਇਹ ਸਕੀਮ ਲੜਾਈ। ਇਹਨਾਂ ਨੇ ਇੱਕ ਰਾਤ ਫਿਰ ਸਹਾਰੀ ਸਿੰਘ ਨਲੂਆ, ਸਰ ਨਿਹਾਲ ਸਿੰਘ ਅਟਾਰੀ ਵਾਲਾ, ਸਰ ਨਿਧਾਨ ਸਿੰਘ ਪੰਜ ਹੱਥਾ, ਇਹ ਉਸ ਬਰੂਦ ਨੂੰ ਆਪਣੇ ਕੋਲ ਸਾਥੀਆਂ ਨਾਲ ਉਸ ਬਰੂਦ ਨੂੰ ਲੈ ਕੇ ਅਤੇ ਉਹ ਕਿਲ੍ਹੇ ਦੀਆਂ ਕੰਧਾਂ ਦੇ ਵਿੱਚ ਇਹ ਦਫਨਾਉਣ ਵਾਸਤੇ ਜਾ ਰਿਹਾ ਸੀ ਕਿ ਅੰਦਰੋਂ ਕਿਲ੍ਹੇ ਦੇ ਅੰਦਰੋਂ ਉਹਨਾਂ ਨੇ ਅਗਨੀ ਹਾਂਡੀਆਂ ਜਿਹੜੀਆਂ ਉਹ ਵਰਾਉਣੀਆਂ ਸ਼ੁਰੂ ਕਰਤੀਆਂ ਇਹਨਾਂ ਦੇ ਉੱਪਰ। ਇਹਨਾਂ ਦੇ ਉੱਪਰ ਵਧਾਉਂਦਿਆਂ ਇਹ ਹੋਇਆ ਕਿ ਇਹਨਾਂ ਕੋਲ ਜਿਹੜਾ ਬਰੂਦ ਪਿਆ ਸੀ ਉਹ ਅਗਨੀ ਹਾਂਡੀਆਂ ਜਦੋਂ ਉਸ ਬਰੂਦ 'ਤੇ ਆਣ ਕੇ ਡਿੱਗੀਆਂ ਅਤੇ ਉਹ ਬਰੂਦ ਨੂੰ ਉਹ ਫਟ ਗਿਆ, ਜਿਹਦੇ ਨਾਲ ਹਰੀ ਸਿੰਘ ਨਲੂਆ ਵੀ ਜ਼ਖਮੀ ਹੋ ਗਿਆ, ਨਿਹਾਲ ਸਿੰਘ ਅਟਾਰੀ ਵਾਲਾ ਵੀ ਜ਼ਖਮੀ ਹੋ ਗਿਆ, ਅਤੇ ਨਿਧਾਨ ਸਿੰਘ ਪੰਜ ਹੱਥਾ ਵੀ ਜ਼ਖਮੀ ਹੋ ਗਿਆ, ਅਤੇ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋਏ। ਕਈ ਜਿਹੜੇ ਆ ਨਾ, ਕਈ ਹਫ਼ਤੇ, ਕਈ ਮਹੀਨੇ, ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਫਿਰ ਬੈੱਡ ਤੋਂ ਉੱਠ ਨਹੀਂ ਸਕੇ। ਇਸ ਚੀਜ਼ ਨੇ ਜਿਹੜਾ ਖਾਲਸਾ ਫੌਜਾਂ ਦੇ ਇੱਕ ਕਿਸਮ ਦਾ ਉਹਨਾਂ ਦਾ ਦਿਲ ਹਿਲਾ ਦਿੱਤਾ। ਇਹ ਖਬਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਹੁੰਚਦੀ ਆ, ਅਤੇ ਮਹਾਰਾਜਾ ਰਣਜੀਤ ਸਿੰਘ ਉਸੇ ਵਕਤ ਮੁਲਤਾਨ ਨੂੰ ਨਹੀਂ ਜਾਂਦੇ ਪਹਿਲੋਂ, ਉਸੇ ਵਕਤ, ਕਿਉਂਕਿ ਉਹਨਾਂ ਦਾ ਅਟੁੱਟ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਵਿੱਚ ਸੀ। ਸੋ ਉਹ ਉਸੇ ਵੇਲੇ ਆਪਣੇ ਕੁਝ ਸਾਥੀਆਂ ਦੇ ਨਾਲ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਾਂਦੇ ਆ, ਜਾ ਕੇ ਨਤਮਸਤਕ ਹੁੰਦੇ ਆ, ਅਰਦਾਸ ਕਰਦੇ ਆ ਗੁਰੂ ਰਾਮਦਾਸ ਜੀ ਪਾਸ, ਜਿੱਥੇ ਉਹ ਇੱਕ ਪਾਸੇ ਆਪਣੇ ਸਿੰਘਾਂ ਦੀ ਤੰਦਰੁਸਤੀ ਦੀ ਅਰਦਾਸ ਕਰ ਰਹੇ ਆ, ਕਿਉਂਕਿ ਇਹਨਾਂ ਦੀਆਂ ਬਾਹਾਂ ਸੀ ਉਹ ਸੱਜੀਆਂ ਖੱਬੀਆਂ ਸਾਰੀਆਂ, ਪੰਜ ਹੱਥਾ ਵੀ ਅਤੇ ਹਰੀ ਸਿੰਘ ਨਲੂਆ ਆਦਿ ਵੀ। ਸੋ ਉੱਥੇ ਉਹਨਾਂ ਨੇ ਨਾਲ ਹੀ ਮੁਲਤਾਨ ਦੀ ਜਿੱਤ ਵਾਸਤੇ ਵੀ ਅਰਦਾਸ ਕੀਤੀ। ਇਤਿਹਾਸ ਦੱਸਦਾ ਹੈ ਕਿ ਜਦੋਂ ਮੱਥਾ ਟੇਕ ਕੇ ਦਰਬਾਰ ਸਾਹਿਬ ਤੋਂ ਬਾਹਰ ਆ ਰਹੇ ਆ, ਅਤੇ ਇਹਨਾਂ ਨੂੰ ਭੰਗੀ ਮਿਸਲ ਦੇ ਸਾਧੂ ਸਿੰਘ ਵੀ ਮਿਲੇ ਆ, ਅਤੇ ਨਾਲ ਦੇ ਨਾਲ ਇਹਨਾਂ ਨੂੰ ਅਕਾਲੀ ਫੂਲਾ ਸਿੰਘ ਵੀ ਉੱਥੇ ਮਿਲ ਪਿਆ। ਅਤੇ ਜਦੋਂ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਮਹਾਰਾਜਾ ਅੱਜ ਉਦਾਸ ਬਹੁਤ ਜੇ, ਤਾਂ ਉਹਨਾਂ ਨੇ ਫਿਰ ਆਪਣੀ ਉਦਾਸੀ ਦਾ ਕਾਰਨ ਦੱਸਿਆ ਕਿ ਹਾਂ, ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾਇਆ ਕਈ ਮਹੀਨੇ ਹੋ ਗਏ ਨੇ, ਅਤੇ ਸਫਲਤਾ ਤਾਂ ਇੱਕ ਪਾਸੇ ਰਹੀ, ਮੇਰੀਆਂ ਜਿਹੜੀਆਂ ਬਾਹਾਂ ਨੇ ਹਰੀ ਸਿੰਘ ਨਲੂਆ ਅਤੇ ਨਿਧਾਨ ਸਿੰਘ ਪੰਜ ਹੱਥਾ ਆਦਿ ਉਹ ਜ਼ਖਮੀ ਬਹੁਤ ਬੁਰੀ ਤਰ੍ਹਾਂ ਹੋ ਗਏ ਨੇ। ਅਤੇ ਉਹਨਾਂ ਨੇ ਸਰਸਰੀ ਆਂਦੇ ਆ, ਇਤਿਹਾਸ ਵਾਲੇ ਕਹਿੰਦੇ ਆ ਕਿ ਆਪਣਾ ਅਕਾਲੀ ਫੂਲਾ ਸਿੰਘ ਨੇ ਅਤੇ ਆਪਣੇ ਸਿੰਘਾਂ ਦੇ ਨਾਲ ਉਸੇ ਵੇਲੇ ਉਹਨਾਂ ਕਿਹਾ ਕਿ ਚਲੋ ਅਸੀਂ ਵੀ ਚੱਲਦੇ ਹਾਂ ਉੱਥੇ ਆਪਣੇ ਖਾਲਸਾ ਫੌਜਾਂ ਦੀ ਮਦਦ ਕਰਨ ਵਾਸਤੇ। ਅਤੇ ਸਾਧੂ ਸਿੰਘ ਹੋਣਾ ਜਿਹੜੇ ਮੀਤ ਪ੍ਰਧਾਨ ਸੀ ਭੰਗੀ ਮਿਸਲ ਦੇ, ਉਹਨਾਂ ਸਰਸਰੀ ਪੁੱਛ ਲਿਆ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤੁਸੀਂ ਤੋਪਾਂ ਉੱਥੇ ਕਿਹੜੀਆਂ ਕਿਹੜੀਆਂ ਜਿਹੜੀਆਂ ਤੁਹਾਡੇ ਕੋਲ ਕਿਹੜੀਆਂ ਤੋਪਾਂ ਵਰਤ ਰਹੇ ਜੇ, ਅਤੇ ਉਹਨਾਂ ਨੇ ਉੱਥੇ ਦੱਸਿਆ ਕਿ ਅਸੀਂ ਸੂਰਜਮੁਖੀ ਤੋਪ ਜਿਹੜੀ ਉਹ ਵੀ ਵਰਤ ਰਹੇ ਹਾਂ, ਜਬਰ ਜੰਗ ਜਿਹੜੀ ਆ ਉਹ ਵੀ ਵਰਤ ਰਹੇ ਹਾਂ, ਅਤੇ ਜੰਗੇ ਬਿਜਲੀ ਜਿਹੜੀ ਆ ਉਹ ਵੀ ਵਰਤ ਰਹੇ ਹਾਂ, ਪਰ ਕਿਲ੍ਹੇ ਦੇ ਦਰਵਾਜ਼ੇ 'ਤੇ ਟੁੱਟ ਨਹੀਂ ਰਹੇ। ਅਤੇ ਉਹਨਾਂ ਕਿਹਾ ਕਿ ਜਿਹੜੀ ਭੰਗੀਆਂ ਵਾਲੀ ਤੋਪ ਹੈ, ਜਮਜਮਾ ਤੋਪ ਜਿਹਦਾ ਪਹਿਲੋਂ ਨਾਂ ਸੀ, ਵੀ ਉਹ ਨਹੀਂ ਤੁਸੀਂ ਉੱਥੇ ਲਿਆਂਦੀ? ਉਹ ਕਹਿੰਦੇ ਨਹੀਂ, ਉਹ ਤਾਂ ਤੁਹਾਡੇ ਪਾਸ ਹੀ ਪਈ ਹੈ ਹਾਲੀ। ਕਹਿੰਦੇ ਚਲੋ ਇਹਨੂੰ ਵੀ ਉੱਥੇ ਲੈ ਕੇ ਚਲੋ। ਉੱਥੋਂ ਫਿਰ ਉਹਨਾਂ ਨੇ ਜਿਹੜੀ ਭੰਗੀਆਂ ਵਾਲੀ ਤੋਪ ਆ, ਇਸ ਨੂੰ ਉੱਥੋਂ ਜਿਹੜਾ ਹੈ ਮੁਲਤਾਨ ਪਹੁੰਚਾਇਆ। ਮੁਲਤਾਨ ਇਸ ਨੂੰ ਖਿਜਰੀ ਦਰਵਾਜ਼ੇ ਦੇ ਸਾਹਮਣੇ ਜਿਹੜਾ ਵਾ ਉਹ ਰੱਖਿਆ ਗਿਆ, ਤਾਂ ਕਿ ਖਿਜਰੀ ਦਰਵਾਜ਼ੇ ਦੇ ਉੱਤੇ ਜਿਹੜੇ ਇਹਦੇ ਗੋਲੇ ਵੱਜਣੇ ਸੀ। ਜਦੋਂ ਉਸ ਤੋਪਚੀ ਨੂੰ ਪੁੱਛਿਆ ਗਿਆ ਕਿ ਕਿਵੇਂ ਤੂੰ ਕੀ ਸੋਚਦਾ, ਕਿਉਂਕਿ ਉਹ ਕਹਿੰਦਾ ਵੀ ਇਹ ਘੱਟੋ ਘੱਟ 20 ਗੋਲੇ ਜਿਹੜੇ ਇੱਕੇ ਥਾਂ ਜੇ ਆਪਾਂ ਮਾਰਾਂਗੇ ਅਤੇ ਫਿਰ ਇਹ ਖਿਜਰੀ ਦਰਵਾਜ਼ਾ ਇਹਨਾਂ ਦਾ ਟੁੱਟਣਾ, ਕਿਉਂਕਿ ਬਹੁਤ ਸਖਤ ਸੀ।
ਤੇ ਉਹ ਜਿਹੜੀ ਆ ਭੰਗੀਆਂ ਵਾਲੀ ਤੋਪ ਆ, ਜਮਜਮਾ ਤੋਪ, ਉਹ ਇੰਨੀ ਤਕੜੀ ਸੀ ਕਿ ਉਹਦੇ ਵਿੱਚ 21 ਕਿਲੋ ਦਾ ਬਰੂਦ ਪੈਂਦਾ ਸੀ ਇੱਕ ਵਾਰ ਫਾਇਰ ਕਰਨ ਵਾਸਤੇ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਥੋੜ੍ਹਾ ਜਿਹਾ ਬਰੂਦ ਇੱਕ ਬੰਦੂਕ 'ਚ ਪੈਂਦਾ ਹੋਵੇ ਅਤੇ ਜਦੋਂ ਮੋਢੇ 'ਤੇ ਰੱਖ ਕੇ ਚਲਾਉਣ ਲੱਗਦੇ ਆ ਅਤੇ ਬੰਦਾ ਕਈ ਵਾਰਾਂ ਪਿੱਛੇ ਨੂੰ ਹੋ ਜਾਂਦਾ, ਪਰ ਉਹ 21 ਕਿਲੋ ਜਿਹੜਾ ਹੈ ਉਹਦੇ 'ਚ ਬਰੂਦ ਇੱਕ ਵਾਰਾਂ ਪੈਂਦਾ ਸੀ। ਕਹਿੰਦੇ ਆ ਕਿ ਉਹ ਜਦੋਂ ਇੱਕ ਵਾਰਾਂ ਚੱਲਦੀ ਸੀ 4 ਚੁਫੇਰੇ ਦੂਰ ਦੂਰ ਤਾਂ ਇਲਾਕਾ ਜਿਹੜਾ ਉਹ ਹਿੱਲ ਜਾਂਦਾ ਸੀ। ਸੋ ਉਹਨਾਂ ਨੇ ਹੁਕਮ ਦਿੱਤਾ ਕਿ ਠੀਕ ਆ, ਸ਼ੁਰੂ ਕਰੋ। ਉਸ ਵੇਲੇ ਫਿਰ ਉਹਨਾਂ ਨੇ ਕਿਹਾ ਵੀ ਠੀਕ ਆ, ਜਦੋਂ ਇਹ ਦਰਵਾਜ਼ਾ ਟੁੱਟ ਗਿਆ ਫਿਰ ਦੂਸਰੀ ਪ੍ਰੋਬਲਮ ਇਹ ਹੋਊਗੀ ਕਿ ਅੰਦਰ ਪਹਿਲੋਂ ਕੌਣ ਜਾਊਗਾ। ਉਸ ਵੇਲੇ ਫਿਰ ਇਤਿਹਾਸ ਕਹਿੰਦਾ ਹੈ ਕਿ ਅਕਾਲੀ ਫੂਲਾ ਸਿੰਘ ਨੇ ਕਿਹਾ ਕਿ ਮੈਂ ਆਪਣੇ ਸਿੰਘਾਂ ਦੇ ਨਾਲ ਸਭ ਤੋਂ ਪਹਿਲਾਂ ਕਿਲ੍ਹੇ ਦੇ ਅੰਦਰ ਦਾਖਲ ਹੋਵਾਂਗਾ। ਸੋ ਇਸ ਤੋਪ ਤੋਂ ਜਿਹੜੇ ਹੈ ਗੋਲੇ ਚੱਲਣੇ ਜਿਹੜੇ ਉਹ ਸ਼ੁਰੂ ਹੋ ਗਏ, ਪਰ ਬਦਕਿਸਮਤੀ ਕਿ ਹਾਲੀ 3 ਗੋਲੇ ਹੀ ਚੱਲੇ ਸੀ ਕਿ ਇਹਦਾ ਖੱਬੇ ਪਾਸੇ ਦਾ ਪਹੀਆ ਜਿਹੜਾ ਹੈ ਉਹ ਟੁੱਟ ਗਿਆ। ਹੁਣ ਫਿਰ ਮੁਸ਼ਕਿਲ ਹੋ ਗਈ ਕਿ ਹੁਣ ਕੀ ਕੀਤਾ ਜਾਵੇ, ਕਿਉਂਕਿ ਇਸ ਤੋਪ 'ਤੇ ਇਹਨਾਂ ਨੂੰ ਬਹੁਤ ਆਸ ਸੀ ਅਤੇ ਇਹਨਾਂ ਨੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਇਸ ਤੋਪ ਨਾਲ ਜਿੱਤੀਆਂ ਵੀ ਸਨ। ਬਾਅਦ ਜੇ ਮਕੈਨਿਕ ਮੰਗਵਾਉਂਦੇ ਆ ਲਾਹੌਰ ਤੋਂ ਅਤੇ ਉਹ ਕਾਫੀ ਟਾਈਮ ਲੱਗ ਜਾਣਾ ਸੀ। ਫਿਰ ਉਸ ਤੋਪਚੀ ਨੇ ਇੱਕ ਇਹਨਾਂ ਨੂੰ ਸਲਾਹ ਦਿੱਤੀ ਕਿ ਹਾਂ ਇੱਕ ਤਰੀਕਾ ਹੈ, ਪਰ ਉਹ ਜਿਹੜੀ ਗੱਲ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ, ਆਪਣਾ ਸਮਾਂ ਬਚ ਜਾਊਗਾ। ਉਹਦੇ ਬਾਰੇ ਜਿਹੜਾ ਹੈ ਉਹ ਗੁਲਾਮ ਜਿਲਾਨੀ ਇੱਕ ਅਫਗਾਨੀ ਸਿੱਖ ਦੇ ਰੂਪ ਵਿੱਚ ਸਿੱਖ ਫੌਜਾਂ 'ਚ ਇੱਕ ਰਾਈਟਰ, ਲਿਖਾਰੀ, ਸੂਹੀਆ ਉਹ ਫਿਰਦਾ ਸੀ। ਉਹਨੇ ਫਿਰ ਆਪਣੀ ਜਿਹੜੀ ਹੈ ਨਾ ਕਿਤਾਬ ਜੰਗੇ ਮੁਲਤਾਨ, ਉਹਦੇ ਵਿੱਚ ਇਹਦੇ ਬਿਆਨ ਕੀਤਾ। ਮੈਂ ਉਹੀ ਤੁਹਾਨੂੰ ਦੱਸ ਦੇਣਾ ਤਾਂ ਦੁਬਾਰਾ ਉਹ ਮੇਰਾ ਟਾਈਮ ਜਿਹੜਾ ਉਹ ਬਚ ਜਾਵੇ, ਮੈਂ ਆਪ ਵੀ ਨਾ ਕਹਾਂ ਅਤੇ ਇਹ ਤੁਹਾਨੂੰ ਸਾਰੀ ਗੱਲ ਦਾ ਪਤਾ ਲੱਗ ਜਾਏ। ਗੁਲਾਮ ਜਿਲਾਨੀ ਜਿਹੜਾ ਉਹ ਕਹਿੰਦਾ ਕਿ ਸਿੰਘਾਂ ਦੀ ਬਹਾਦਰੀ ਬਾਰੇ, ਸਿੰਘਾਂ ਦੀ ਇੱਕ ਤੋਪ ਦਾ ਪਹੀਆ ਟੁੱਟ ਗਿਆ ਸੀ। ਫੈਸਲਾ ਹੋਇਆ ਕਿ ਜੇ ਇੱਕ ਸਿੱਖ ਇਸ ਦੇ ਧੁਰੇ ਹੇਠਾਂ ਮੋਢਾ ਦੇਵੇ ਤਾਂ ਗੋਲਾ ਤਾਂ ਦਾਗਿਆ ਜਾ ਸਕਦਾ ਹੈ, ਪਰ ਸਿੱਖ ਜਿਹੜਾ ਹੈ ਉਹ ਪੁਰਜਾ ਹੋ ਕੇ ਮਰ ਜਾਏਗਾ, ਖਤਮ ਹੋ ਜਾਏਗਾ। ਅਤੇ ਮੈਂ ਉਸ ਵੇਲੇ ਸੋਚਦਾ ਸਾਂ ਕਿ ਇਹਨਾਂ ਦੀ ਬਹਾਦਰੀ ਦਾ ਹੁਣ ਪਤਾ ਲੱਗੇਗਾ। ਕਈ ਵਾਰ ਬੰਦਾ ਜਿਹੜਾ ਹੈ ਉਹ ਮੌਤ ਨੂੰ ਕਹਿੰਦਾ ਤਾਂ ਹੈ ਕਿ ਮਖੌਲ ਕਰਦਾ ਹੈ, ਪਰ ਅੱਜ ਪਤਾ ਲੱਗੇਗਾ ਕਿ ਇਹਨਾਂ ਦੀ ਬਹਾਦਰੀ ਕਿੰਨੀ ਕੁ। ਆਂਦਾ ਮੇਰੀ ਹੈਰਾਨਗੀ ਦੀ ਹੱਦ ਕੋਈ ਨਾ ਰਹੀ ਜਦੋਂ ਮੈਂ ਵੇਖਿਆ ਕਿ ਉੱਥੇ ਕੁਝ ਸਕਿੰਟਾਂ ਦੇ ਵਿੱਚ ਹੀ ਇੱਕ ਲਾਈਨ ਲੱਗ ਗਈ ਜਿਹੜੀ ਫੌਜੀਆਂ ਦੀ। ਕੋਈ ਕਵੇ ਮੈਂ ਪਹਿਲੋਂ ਮੋਢਾ ਦੇਣਾ, ਕੋਈ ਕਵੇ ਮੈਂ ਪਹਿਲੋਂ, ਇਹ ਸੋਚਦੇ ਹੋਏ ਵੀ ਕਿ ਮੈਂ ਖਤਮ ਹੋ ਜਾਣਾ, ਮੈਂ ਮਰ ਜਾਣਾ ਹੈ ਇਹਦੇ ਥੱਲੇ ਮੋਢਾ ਦੇ ਕੇ, ਪਰ ਆਂਦਾ ਉੱਥੇ ਕਿ ਲਾਈਨ ਲੱਗ ਗਈ। ਆਂਦਾ ਉਹ ਚੀਜ਼ ਵੇਖ ਕੇ ਤੇ ਇੱਕ ਵਾਰ ਮੇਰਾ ਵੀ ਦਿਲ ਕੀਤਾ ਕਿ ਗਿਲਾਨੀ ਅੱਜ ਮੌਕਾ, ਤੂੰ ਵੀ ਬਹਾਦਰੀ ਵਿਖਾਲ ਦੇ। ਪਰ ਫਿਰ ਆਂਦਾ ਮੇਰੇ ਦਿਮਾਗ 'ਚ ਆਇਆ ਕਿ ਠੀਕ ਆ, ਮੈਂ ਮਰ ਤੇ ਜਾਊਂਗਾ, ਪਰ ਜੇ ਮੈਂ ਅੱਜ ਮਰ ਗਿਆ ਅਤੇ ਆਹ ਜਿਹੜੀ ਇਹਨਾਂ ਦੀ ਬਹਾਦਰੀ ਦੀ ਗੱਲ ਮੈਂ ਲਿਖ ਕੇ ਦੁਨੀਆ ਨੂੰ ਦੱਸਣੀ ਹੈ, ਇਹ ਫਿਰ ਕੌਣ ਦੱਸੂਗਾ। ਆਂਦਾ ਇਸ ਕਰਕੇ ਫਿਰ ਆਪਣਾ ਮਨ ਮੈਂ ਚੇਂਜ ਕਰ ਲਿਆ। ਉਸ ਦੇ ਬਾਅਦ ਆਂਦਾ ਵੀ ਇੱਕ ਇੱਕ ਕਰਕੇ 17 ਫੌਜੀਆਂ ਨੇ ਆਪਣੇ ਮੋਢੇ ਦਿੱਤੇ ਅਤੇ 17 ਦੇ 17 ਦੇ ਹੀ ਤੂੰਬੇ ਉੱਡ ਗਏ। ਪਰ ਇਹ ਹੈ ਕਿ ਉਹਦੇ ਨਾਲ ਖਿਜਰੀ ਦਰਵਾਜ਼ਾ ਜਿਹੜਾ ਹੈ ਉਹ ਟੁੱਟ ਗਿਆ। ਉਹ 'ਚ ਜਿਹੜਾ ਹੈ ਉਹ ਮੁਗਰਾ ਹੋ ਗਿਆ। ਉਹਨਾਂ ਨੇ ਬੜੀ ਛੇਤੀ ਕੋਸ਼ਿਸ਼ ਕੀਤੀ, ਫਿਰ ਉਹ 'ਚ ਰੇਤ ਦੇ ਜਿਹੜੇ ਹੈ ਬੋਰੇ ਲਾ ਕੇ ਅਤੇ ਉਸ ਨੂੰ ਭਰ ਲਿਆ ਜਾਵੇ, ਪਰ ਉਸੇ ਵੇਲੇ ਦੂਸਰੀਆਂ ਤੋਪਾਂ ਨੇ ਵੀ ਗੋਲੇ ਮਾਰ ਕੇ ਉਹ ਰੇਤ ਦੇ ਬੋਰੇ ਬਾਰੇ ਉੱਥੋਂ ਉਡਾ ਦਿੱਤੇ। ਅਤੇ ਉਸ ਵਕਤ ਫਿਰ ਅਕਾਲੀ ਫੂਲਾ ਸਿੰਘ ਨੇ ਕੋਈ ਢਿੱਲ ਨਹੀਂ ਕੀਤੀ। ਉਹਨਾਂ ਨੇ ਆਪਣੇ 50 ਸਿੰਘ ਨਾਲ ਲੈ ਕੇ ਅਤੇ ਉਹ ਫਟਾਫਟ ਕਿਲ੍ਹੇ ਦੇ ਅੰਦਰ ਜਾ ਵੜੇ। ਕਿਲ੍ਹੇ ਦੇ ਅੰਦਰ ਜਾਂਦਿਆਂ ਹੀ ਫਿਰ ਹੱਥੋਂ ਪਾਈ ਲੜਾਈ ਜਿਹੜੀ ਉਹ ਸ਼ੁਰੂ ਹੋ ਗਈ। ਹੱਥੋਂ ਪਾਈ ਦੀ ਲੜਾਈ ਦੇ ਵਿੱਚ ਉਹ ਜਿਹੜੀ ਬਹਾਦਰੀ ਵੇਖਣ ਵਾਲੀ ਸੀ, ਉਸ ਲੜਾਈ ਦੇ ਵਿੱਚ ਜਿਹੜਾ ਹੈ ਨਵਾਬ ਨੇ ਵੀ ਜਿਹੜਾ ਹੈ ਨਾ ਬਹੁਤ ਉਹਨਾਂ ਦੱਸਿਆ ਉਸਨੇ ਕਿ ਬਹੁਤ ਬਹਾਦਰੀ ਦਿਖਾਈ, ਬਹੁਤ ਇਹਨਾਂ ਅੰਦਰ ਜਿਹੜਾ ਉਹ ਲੋਥਾਂ ਦੇ ਢੇਰ ਛੇਤੀ ਲੱਗ ਗਏ ਕਿਲ੍ਹੇ ਦੇ। ਪਰ ਇਹ ਹੈ ਕਿ ਅਕਾਲੀ ਫੂਲਾ ਸਿੰਘ ਨੇ ਜਿਹੜਾ ਹੈ ਉਹਦੇ ਹੱਥੋਂ ਤਲਵਾਰ ਦਾ ਵਾਰ ਐਸਾ ਹੋਇਆ ਕਿ ਮੁਜ਼ੱਫਰ ਖਾਨ ਜਿਹੜਾ ਸੀ ਉਹ ਮਾਰਿਆ ਗਿਆ। ਪਰ ਉਹਦੇ ਫੌਜੀਆਂ ਨੇ ਫਿਰ ਵੀ ਜ਼ਬਰਦਸਤ ਲੜਾਈ ਜਿਹੜੀ ਆ ਉਹ ਲੜੀ। ਉੱਥੇ
ਉਸ ਦੇ ਬਾਅਦ ਹੀ ਛੇਤੀ ਜਦੋਂ ਅਕਾਲੀ ਫੂਲਾ ਸਿੰਘ ਹੋਣੀ ਅੰਦਰ ਚਲੇ ਗਏ, ਉਹਦੇ ਬਾਅਦ ਫਿਰ ਸ਼ਾਮ ਸਿੰਘ ਅਟਾਰੀ ਹਲੇ ਨੌਜਵਾਨ ਸੀ ਉਹਨਾਂ ਦਿਨਾਂ 'ਚ, ਸ਼ਾਮ ਸਿੰਘ ਅਟਾਰੀ ਜਿਹੜਾ ਉਹ ਵੀ ਆਪਣੇ ਜਿਹੜਾ ਫੌਜੀ ਦਸਤਾ ਲੈ ਕੇ ਉਹ ਵੀ ਅੰਦਰ ਜਾ ਵੜਿਆ। ਫਿਰ ਹੋਰ ਫੌਜ ਵੀ ਚੱਲ ਗਈ, ਜ਼ਬਰਦਸਤ ਲੜਾਈ ਹੋਈ, ਅਖੀਰ ਉਹ ਕਿਲ੍ਹਾ ਜਿਹੜਾ ਹੈ ਉਹ ਖਾਲਸਾ ਫੌਜਾਂ ਦੇ ਹੱਥ ਵਿੱਚ ਆ ਗਿਆ। ਉਸ ਲੜਾਈ ਦੇ ਵਿੱਚ ਜਿਹੜੇ ਹੈ 5 ਪੁੱਤ ਨਵਾਬ ਦੇ ਮੁਜ਼ੱਫਰ ਖਾਂ ਆਪ ਵੀ ਮਾਰਿਆ ਗਿਆ, ਉਹਦੇ 5 ਪੁੱਤ ਜਿਹੜੇ ਆ ਉਹ ਵੀ ਮਾਰੇ ਗਏ। 3 ਪੁੱਤ ਉਹਦੇ ਜਿਹੜੇ ਆ ਛੋਟੇ ਉਹ ਜਿਉਂਦੇ ਜਿਹੜੇ ਸੀ ਉਹ ਫੜ ਲਏ ਗਏ, ਜਿਨ੍ਹਾਂ ਨੂੰ ਬਾਅਦ 'ਚ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਥੋੜ੍ਹੀ ਬਹੁਤੀ ਜਗੀਰ ਦੇ ਗਏ ਉਹਨਾਂ ਦਾ ਗੁਜ਼ਾਰੇ ਵਾਸਤੇ, ਅਤੇ ਉਹਨਾਂ ਨੂੰ ਫਿਰ ਇੱਕ ਪਾਸੇ ਕਰ ਦਿੱਤਾ ਗਿਆ ਸੀ। ਸੋ ਇਸ ਲੜਾਈ 'ਚ ਜਿਹੜਾ ਹੈ ਉਹ ਕਬਜ਼ਾ ਜਦੋਂ ਹੋ ਗਿਆ ਖਾਲਸੇ ਦਾ, ਅਤੇ ਇੱਥੋਂ ਫਿਰ ਖਾਲਸਾ ਫੌਜ ਨੂੰ ਬਹੁਤ ਭਾਰੀ ਖਜ਼ਾਨਾ ਜਿਹੜਾ ਹੈ ਉਹ ਇੱਥੇ ਮਿਲਿਆ। ਉਹ 'ਚੋਂ ਕਹਿੰਦੇ ਵੀ 2 ਲੱਖ ਰੁਪਈਆ ਨਗਦ ਜਿਹੜਾ ਉਹ ਤਾਂ ਖਾਲਸਾ ਦੇ ਖਜ਼ਾਨੇ ਦੇ ਵਿੱਚ ਚਲੇ ਗਿਆ, ਅਤੇ ਬਾਕੀ ਦਾ ਜਿਹੜਾ ਪੈਸਾ ਸੀ ਉਹ ਬਹੁਤ ਸਾਰਾ ਪੈਸਾ ਫੌਜ ਦੇ ਅਫਸਰਾਂ ਅਤੇ ਫੌਜ ਦੇ ਜਵਾਨਾਂ ਦੇ ਵਿੱਚ ਜਿਹੜਾ ਉਹ ਵੰਡ ਦਿੱਤਾ ਗਿਆ ਤੋਹਫੇ ਦੇ ਤੌਰ 'ਤੇ, ਇਨਾਮਾਂ ਦੇ ਤੌਰ 'ਤੇ, ਤਾਂ ਕਿ ਉਹਨਾਂ ਦਾ ਹੌਸਲਾ ਫੌਜ ਦਾ ਜਿਹੜਾ 2 ਜੂਨ 1814 ਜਿਹੜਾ ਹੈ ਉਹ ਸਿੱਖ ਰਾਜ ਵਿੱਚ ਸ਼ਾਮਿਲ ਕੀਤਾ ਗਿਆ। ਇਸ ਨਾਲ ਹੁਣ ਮਹਾਰਾਜਾ ਦੀ ਤਾਕਤ ਜਿਹੜੀ ਆ ਉਹ 'ਚ ਬਹੁਤ ਵਾਧਾ ਹੋ ਗਿਆ ਸੀ। ਸੋ ਇੱਕ ਗੱਲ ਜਿਹੜੀ ਹੈ ਉਹ ਵੇਖਣ ਵਾਲੀ ਹੈ, ਜਦੋਂ ਵਿਸ਼ਵਾਸ ਦੀ ਸਿੱਖੀ ਦੀ ਅਸੀਂ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ, ਅਤੇ ਮੈਨੂੰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੇ ਕੋਈ ਲਫ਼ਜ਼ ਚੇਤੇ ਆਉਂਦੇ ਨੇ। ਉਹ ਕਹਿੰਦਾ ਅੱਜ ਕੱਲ੍ਹ ਕੁਝ ਨਵੇਂ ਉੱਠੇ ਰਾਈਟਰ ਜਿਨ੍ਹਾਂ ਨੂੰ ਘਰ ਦੀ ਰੋਟੀ ਨਹੀਂ ਪ੍ਰੋਪਰਲੀ ਉਹਦੀ ਘਰ ਵਾਲੀ ਦਿੰਦੀ, ਜਾਂ ਜਿਹੜੇ ਉਹ ਘਰ ਵਾਲੀ ਕੋਲ ਗਾਲਾਂ ਖਾ ਕੇ ਬਾਹਰ ਆਉਂਦੇ ਆ, ਉਹ ਮਹਾਰਾਜਾ ਦੀਆਂ ਊਣਤਾਈਆਂ ਜਿਹੜੀਆਂ ਵਾ ਉਹ ਗਿਣਾਉਣੀਆਂ ਸ਼ੁਰੂ ਕਰ ਦਿੰਦੇ ਆ, ਲਿਖਣੀਆਂ ਸ਼ੁਰੂ ਕਰ ਦਿੰਦੇ ਆ। ਉਹ ਇਹ ਨਹੀਂ ਸੋਚਦੇ ਕਿ ਸਿੱਖ ਕੌਮ ਵਰਗੇ ਬਹਾਦਰ ਯੋਧਿਆਂ ਨੂੰ 40 ਸਾਲ ਜੇ ਕਿਸੇ ਨੇ ਉਹਨਾਂ 'ਤੇ ਰਾਜ ਕੀਤਾ ਅਤੇ ਉਹ ਕਿਹੋ ਜਿਹਾ ਆਪ ਕਿਹੋ ਜਿਹਾ ਹੋਊਗਾ। ਉਹਦੇ ਰਾਜ ਦੇ ਵਿੱਚ ਕਦੀ ਵੀ ਧਾਰਮਿਕ ਅੰਦੋਲਨ ਨਹੀਂ ਹੋਇਆ, ਉਹਦੇ ਰਾਜ ਵਿੱਚ ਕਦੀ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ, ਉਹਦੇ ਰਾਜ ਵਿੱਚ ਜੇ ਅਕਾਲ ਪਿਆ ਤਾਂ ਕੋਈ ਭੁੱਖਾ ਨਹੀਂ ਮਰਿਆ, ਉਹ ਆਪ ਪੰਡਾਂ ਢੋ ਕੇ ਉਹਨਾਂ ਦੇ ਘਰ ਤੱਕ ਪਹੁੰਚਾਉਂਦਾ ਰਿਹਾ। ਸੋ ਇਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਹ ਸਾਨੂੰ ਮਾਣ ਹੈ ਕਿ ਸਾਡਾ ਸਿੱਖਾਂ ਦਾ ਉਹ ਰਾਜਾ ਹੋਇਆ, ਗੁਰੂ ਮਹਾਰਾਜ ਨੇ ਸਾਨੂੰ ਉਹ ਬਖਸ਼ਿਸ਼ ਕੀਤਾ ਸੀ।